ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮੱਧ ਵਰਗੀ ਪਰਿਵਾਰ ਵਿੱਚੋਂ ਸੀ। ਮੇਰੀ ਉਮਰ ਬਸ 22 ਸਾਲ ਸੀ। ਮੇਰੇ ਘਰ ਵਾਲਿਆਂ ਨੇ ਜ਼ਬਰਦਸਤੀ ਮੇਰਾ ਵਿਆਹ ਇੱਕ ਉੱਚੇ ਖਾਨਦਾਨ ਦੀ ਇਕਲੌਤੀ ਲੜਕੀ ਦੇ ਨਾਲ ਕਰ ਦਿੱਤਾ। ਮੇਰੀ ਪਤਨੀ ਸਭ ਦੇ ਸਾਹਮਣੇ ਸਿੱਧੀ ਸਾਦੀ ਸੰਸਕਾਰੀ ਬਣੀ ਰਹਿੰਦੀ ਤੇ ਮੇਰੇ ਸਾਹਮਣੇ ਇੱਕ ਮਾਡਰਨ ਖੁੱਲ੍ਹੇ ਵਿਚਾਰਾਂ ਵਾਲੀ ਲੜਕੀ ਬਣ ਜਾਂਦੀ। ਫਿਰ ਅਚਾਨਕ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਸ ਦੇ ਬਾਅਦ ਮੇਰੀ ਪਤਨੀ ਅਤੇ ਸਹੁਰੇ ਦੋਨਾਂ ਦੀ ਅਸਲ ਸੱਚਾਈ ਜਦੋਂ ਸਾਹਮਣੇ ਆਈ ਤਾਂ ਸਭ ਦੇ ਹੋਸ਼ ਉੱਡ ਗਏ। ਮੇਰਾ ਨਾਮ ਸੰਦੀਪ ਹੈ ਤੇ ਮੈਂ ਇੱਕ ਮਿਡਲ ਕਲਾਸ ਰੂੜੀਵਾਦੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ। ਮੇਰੇ ਮਾਤਾ ਪਿਤਾ ਨੂੰ ਛੱਡੋ, ਮੇਰੇ ਦੋਨੇ ਭਰਾ ਰਾਜੇਸ਼ ਅਤੇ ਮਹੇਸ਼ ਅਤੇ ਮੇਰੀ ਇੱਕ ਛੋਟੀ ਭੈਣ ਪ੍ਰਿਯੰਕਾ ਵੀ ਇਸ ਰੂੜੀਵਾਦੀ ਦੇ ਸ਼ਿਕਾਰ ਹੋ ਚੁੱਕੇ ਸੀ, ਕਿਉਂਕਿ ਇਹਨਾਂ ਤਿੰਨਾਂ ਦਾ ਹੀ ਵਿਆਹ ਘੱਟ ਉਮਰ ਵਿੱਚ ਕਰ ਦਿੱਤਾ ਸੀ। ਇਸ ਘਰ ਵਿੱਚ ਇਕਲੌਤਾ ਕੁਆਰਾ ਮੈਂ ਹੀ ਬਚਿਆ ਸੀ। ਇਸ ਲਈ ਸਭ ਨੇ ਮਿਲ ਕੇ ਮੇਰੀ ਵੀ ਟਿਕਟ ਕੱਟਣ ਦਾ ਨਿਰਣਾ ਕਰ ਹੀ ਲਿਆ ਅਤੇ ਅੱਜ ਸਵੇਰ ਤੋਂ ਸਭ ਮੇਰਾ ਦਿਮਾਗ ਖਾ ਰਹੇ ਸੀ। ਮੈਂ ਕਿਹਾ, ਤੁਹਾਨੂੰ ਮੇਰੇ ਵਿਆਹ ਤੋਂ ਇਲਾਵਾ ਹੋਰ ਕੁਝ ਨਹੀਂ ਸੁੱਝਦਾ? ਹਾਲੇ ਮੇਰੀ ਉਮਰ ਹੀ ਕੀ ਆ, ਨਾਲੇ ਮੈਂ ਇੱਕ ਛੋਟੀ ਜਿਹੀ ਨੌਕਰੀ ਤੋਂ ਕਿਵੇਂ ਚਲਾਊਂਗਾ ਆਪਣਾ ਪਰਿਵਾਰ। ਅੱਜ ਸਵੇਰ ਤੋਂ ਮੇਰੇ ਘਰ ਵਿੱਚ ਮਹਾਭਾਰਤ ਚੱਲ ਰਿਹਾ ਸੀ। ਇੱਕ ਪਾਸੇ ਮੇਰੀ ਪੂਰੀ ਫੈਮਿਲੀ ਤੇ ਦੂਜੇ ਪਾਸੇ ਮੈਂ ਇਕੱਲਾ। ਮੇਰੀ ਮਾਂ ਮੈਨੂੰ ਕਹਿੰਦੀ ਕਿ ਤੇਰੇ ਪਿਤਾ ਜੀ ਨੇ ਇੰਨੀ ਘੱਟ ਤਨਖਾਹ ਵਿੱਚ ਤੁਹਾਨੂੰ 4 ਭੈਣਾਂ ਭਾਈਆਂ ਨੂੰ ਪੜ੍ਹਾ ਲਿਖਾਇਆ ਅਤੇ ਤੂੰ ਸਿਰਫ ਇੱਕ ਪਤਨੀ ਦਾ ਖਰਚਾ ਨਹੀਂ ਚੁੱਕ ਸਕਦਾ। ਮੇਰੀ ਮਾਂ ਨੇ ਮੈਨੂੰ ਉਕਸਾਉਂਦੇ ਹੋਏ ਕਿਹਾ, ਮੇਰੀ ਉਮਰ ਹਾਲੇ 22 ਸਾਲ ਹੈ ਤੇ ਮੈਂ ਹਾਲ ਵਿੱਚ ਹੀ ਗ੍ਰੈਜੂਏਸ਼ਨ ਖਤਮ ਕਰਕੇ ਇੱਕ ਪ੍ਰਾਈਵੇਟ ਕਲਰਕ ਦਾ ਕੰਮ ਕਰਨਾ ਸ਼ੁਰੂ ਕੀਤਾ। ਤਨਖਾਹ ਦੇ ਰੂਪ ਵਿੱਚ ਸਿਰਫ 8500 ਰੁਪਏ ਮਿਲਦੇ ਸੀ, ਜਿਸ ਨਾਲ ਮੇਰਾ ਆਪਣਾ ਹੀ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ, ਕਿਉਂਕਿ ਮੈਂ ਨੌਕਰੀ ਦੇ ਨਾਲ MBA ਦੀ ਤਿਆਰੀ ਵੀ ਕਰ ਰਿਹਾ ਸੀ। ਮੈਂ ਇਸ 8500 ਦੀ ਜਗ੍ਹਾ 85000 ਦੀ ਨੌਕਰੀ ਕਰਨਾ ਚਾਹੁੰਦਾ ਸੀ, ਪਰ ਮੇਰੇ ਇਸ ਸੁਪਨੇ ਦੇ ਵਿੱਚ ਮੇਰੇ ਹੀ ਪਰਿਵਾਰ ਖੜਾ ਸੀ, ਹੱਥਾਂ ਵਿੱਚ ਵਰਮਾਲਾ ਲਈ। ਮੈਨੂੰ ਕਿਸੇ ਵੀ ਹਾਲਤ ਵਿੱਚ ਹਾਲੇ ਵਿਆਹ ਨਹੀਂ ਕਰਨਾ ਸੀ। ਮੈਂ ਘਰ ਵਾਲਿਆਂ ਨੂੰ ਕਿਹਾ ਕਿ ਜਿੰਨਾ ਚਿਰ ਮੇਰੀ MBA ਖਤਮ ਨਹੀਂ ਹੁੰਦੀ ਉਨਾ ਚਿਰ ਮੈਂ ਵਿਆਹ ਨਹੀਂ ਕਰਾਂਗਾ। ਇਹ ਮੇਰਾ ਅੰਤਿਮ ਫੈਸਲਾ ਹੈ। ਉਦੋਂ ਹੀ ਘਰ ਵਿੱਚ ਪੰਡਿਤ ਆ ਗਿਆ। ਇਸ ਆਦਮੀ ਦਾ ਵੀ ਬਰਾਬਰ ਦਾ ਯੋਗਦਾਨ ਸੀ ਮੇਰੇ ਪਰਿਵਾਰ ਵਿੱਚ ਸਾਰਿਆਂ ਦੇ ਹੱਥ ਪੀਲੇ ਕਰਨ ਦਾ। ਮੈਂ ਮਨ ਵਿੱਚ ਸੋਚਿਆ ਕਿ ਬਸ ਇਸ ਦੀ ਕਮੀ ਰਹਿ ਗਈ ਸੀ। ਅੱਜ ਤਾਂ ਇਹ ਲੋਕ ਮੇਰੇ ਗਲ ਵਿੱਚ ਰੱਸਾ ਪਾ ਕੇ ਹੀ ਹਟਣਗੇ। ਮੈਨੂੰ ਪੰਡਿਤ ਜੀ ਦੇ ਚਿਹਰੇ ਉੱਤੇ ਹਮੇਸ਼ਾ ਇੱਕ ਜ਼ਬਰਦਸਤੀ ਦੀ ਮੁਸਕਾਨ ਦਿਖਾਈ ਦਿੰਦੀ ਸੀ। ਸ਼ਾਇਦ ਇਹ ਲੋਕਾਂ ਨੂੰ ਪੱਟਣ ਦਾ ਤਰੀਕਾ ਸੀ। ਉਸ ਦੇ ਅੰਦਰ ਆਉਂਦੇ ਹੀ ਮੇਰੇ ਸਾਰਾ ਪਰਿਵਾਰ ਉਸ ਦੇ ਅੱਗੇ ਝੁਕ ਗਿਆ। ਸਾਰੇ ਉਸ ਦੇ ਅੱਗੇ ਪਿੱਛੇ ਭੱਜਣ ਫਿਰਨ ਤੇ ਮੇਰੇ ਪਾਪਾ ਜੀ ਕਹਿੰਦੇ, ਪੰਡਿਤ ਜੀ ਲੜਕੀ ਦੀ ਤਸਵੀਰ ਲਿਆਏ ਹੋ? ਇਸ ਦਾ ਮਤਲਬ ਇਹਨਾਂ ਨੇ ਮੈਨੂੰ ਬਿਨਾਂ ਪੁੱਛੇ ਹੀ ਲੜਕੀ ਦੇਖਣਾ ਚਾਲੂ ਕਰ ਦਿੱਤਾ ਸੀ। ਸਾਰੇ ਪੰਡਿਤ ਦੀ ਖਾਤਰਦਾਰੀ ਵਿੱਚ ਲੱਗੇ ਹੋਏ ਸੀ। ਪੰਡਿਤ ਜੀ ਨੇ ਆਪਣੇ ਥੈਲੇ ਵਿੱਚੋਂ 2 ਫੋਟੋਆਂ ਕੱਢੀਆਂ ਤੇ ਮੇਰੀ ਮਾਂ ਨੇ ਝੱਟ ਉਹਨਾਂ ਫੋਟੋਆਂ ਨੂੰ ਪੰਡਿਤ ਜੀ ਦੇ ਹੱਥੋਂ ਖੋਹ ਲਿਆ। ਮੈਂ ਦੇਖਿਆ ਕਿ ਮੇਰੀ ਮਾਂ ਤੇ ਸਾਰਾ ਪਰਿਵਾਰ ਉਸ ਫੋਟੋ ਉੱਤੇ ਇੱਕ ਕੁੜੀ ਦੀ ਖੂਬਸੂਰਤੀ ਦੇ ਪੁੱਲ ਬੰਨ੍ਹ ਰਹੇ ਸੀ। ਮੈਂ ਵੀ ਉਤਸੁਕਤਾ ਨਾਲ ਤਸਵੀਰ ਨੂੰ ਦੇਖਣਾ ਚਾਹਿਆ। ਜਦੋਂ ਮੈਂ ਉਸ ਤਸਵੀਰ ਨੂੰ ਦੇਖਿਆ ਤਾਂ ਮੇਰਾ ਦਿਲ ਧੜਕਣ ਲੱਗਾ ਤੇ ਕਹਿਣ ਲੱਗਿਆ ਕਿ ਇਹੀ ਆ ਜੋ ਤੇਰੀ ਪਤਨੀ ਬਣੇਗੀ। ਮੇਰੀ ਮੰਮੀ ਨੇ ਝੱਟ ਦੇਣੇ 500 ਦਾ ਨੋਟ ਕੱਢ ਕੇ ਪੰਡਿਤ ਜੀ ਨੂੰ ਫੜਾ ਦਿੱਤਾ ਤੇ ਕਿਹਾ, ਵਾਹ ਪੰਡਿਤ ਜੀ, ਤੁਸੀਂ ਤਾਂ ਅੱਜ ਬਹੁਤ ਹੀ ਵਧੀਆ ਰਿਸ਼ਤਾ ਲਿਆਏ ਹੋ। ਫੋਟੋ ਵਿੱਚ ਤਾਂ ਇਹ ਲੜਕੀ ਕਿਸੇ ਵੱਡੇ ਅਤੇ ਉੱਚੇ ਖਾਨਦਾਨ ਦੀ ਲੱਗ ਰਹੀ ਆ। ਪੰਡਿਤ ਜੀ ਮੰਮੀ ਜੀ ਦੇ ਹੱਥੋਂ ਨੋਟ ਲੈਂਦੇ ਹੋਏ ਆਪਣੀ ਆਦਤ ਦੇ ਅਨੁਸਾਰ ਝੂਠੀ ਹਾਸੀ ਹੱਸਣ ਲੱਗੇ ਤੇ ਬੋਲੇ, ਤੁਸੀਂ ਸਹੀ ਪਛਾਣਿਆ ਭਾਬੀ ਜੀ, ਇਸ ਲੜਕੀ ਦੇ ਪਿਤਾ ਜੀ ਦੀ ਗਿਣਤੀ ਸ਼ਹਿਰ ਦੇ ਸ਼ਾਹੂਕਾਰਾਂ ਵਿੱਚ ਆਉਂਦੀ ਹੈ। ਇਹਨਾਂ ਦੀਆਂ 2 ਕੱਪੜੇ ਦੀਆਂ ਫੈਕਟਰੀਆਂ ਹਨ। ਹੁਣ ਤੱਕ ਮੈਂ ਸਭ ਚੁੱਪਚਾਪ ਸੁਣ ਰਿਹਾ ਸੀ। ਮੈਨੂੰ ਥੋੜਾ ਸ਼ੱਕ ਹੋਇਆ ਤੇ ਮੈਂ ਉਸ ਸ਼ੱਕ ਨੂੰ ਦੂਰ ਕਰਨ ਦੇ ਲਈ ਪੰਡਿਤ ਜੀ ਨੂੰ ਪੁੱਛਿਆ ਕਿ ਜਦੋਂ ਇਹ ਲੜਕੀ ਇੰਨੇ ਸ਼ਾਹੂਕਾਰ ਖਾਨਦਾਨ ਦੀ ਹੈ ਤਾਂ ਇਹਨਾਂ ਨੂੰ ਸਾਡੇ ਨਾਲ ਰਿਸ਼ਤਾ ਜੋੜਨ ਦੀ ਕੀ ਲੋੜ ਆ, ਕਿਉਂਕਿ ਅਸੀਂ ਤਾਂ ਠਹਿਰੇ ਮਿਡਲ ਕਲਾਸ ਲੋਕ ਤੇ ਉਹ ਬੰਗਲੇ ਵਿੱਚ ਰਹਿਣ ਵਾਲੀ ਮੈਡਮ। ਮੇਰੀ ਮਾਂ ਮੈਨੂੰ ਗੁੱਸੇ ਵਿੱਚ ਚੁੱਪ ਕਰਨ ਨੂੰ ਕਹਿ ਹੀ ਰਹੀ ਸੀ ਕਿ ਪੰਡਿਤ ਜੀ ਮੇਰੇ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਬੋਲੇ ਕਿ ਬੇਟਾ ਇਸ ਲੜਕੀ ਦੀ ਮਾਂ ਨਹੀਂ, ਕਿਉਂਕਿ ਉਹ ਉਸ ਦੇ ਜਨਮ ਦੇ ਸਮੇਂ ਹੀ ਗੁਜ਼ਰ ਗਈ ਸੀ ਤੇ ਬੇਟੀ ਦੀ ਪਰਵਰਿਸ਼ ਬਾਪ ਨੇ ਇਕੱਲੇ ਕੀਤੀ ਹੈ ਅਤੇ ਇਸ ਲੜਕੀ ਦੇ ਪਿਤਾ ਜੀ ਦੀ ਸਿਰਫ ਇੱਕ ਹੀ ਖੁਆਇਸ਼ ਹੈ ਕਿ ਉਹਨਾਂ ਦੀ ਬੇਟੀ ਦਾ ਵਿਆਹ ਜੁਆਇੰਟ ਫੈਮਿਲੀ ਵਾਲੇ ਘਰ ਵਿੱਚ ਹੋਵੇ, ਜਿਸ ਵਿੱਚ ਉਹਨਾਂ ਦੀ ਆਪਣੀ ਬੇਟੀ ਨੂੰ ਪਰਿਵਾਰ ਦਾ ਪਿਆਰ ਮਿਲ ਸਕੇ, ਜਿਸ ਤੋਂ ਹੁਣ ਤੱਕ ਅਣਜਾਣ ਸੀ। ਤੇਰੀ ਜ਼ਹਿਰ ਖਤਮ ਹੋ ਗਈ ਤਾਂ ਹੁਣ ਵੱਡੇ ਗੱਲ ਕਰ ਲੈਣ, ਪਾਪਾ ਨੇ ਗੁੱਸੇ ਹੁੰਦੇ ਹੋਏ ਬੋਲਿਆ। ਸੁਣੋ ਪੰਡਿਤ ਜੀ, ਸਾਨੂੰ ਕੁੜੀ ਪਸੰਦ ਆ, ਤੁਸੀਂ ਗੱਲ ਨੂੰ ਅੱਗੇ ਵਧਾਓ।
ਤੇ ਇੱਕ ਗੱਲ ਹੋਰ, ਤੇ ਅਸੀਂ ਦਹੇਜ ਦੇ ਸਖਤ ਖਿਲਾਫ ਹਾਂ, ਇਸ ਲਈ ਪੈਸੇ ਵੈਸੇ ਦੀ ਕੋਈ ਗੱਲ ਨਾ ਕਰਿਓ। ਪੰਡਤ ਜੀ ਖੁਸ਼ੀ-ਖੁਸ਼ੀ ਘਰੋਂ ਚਲੇ ਗਏ ਕਿਉਂਕਿ ਸਵੇਰੇ-ਸਵੇਰੇ 500 ਜੋ ਬਾਹਣੀ ਹੋਈ ਸੀ। ਕੁਝ ਦਿਨਾਂ ਬਾਅਦ ਪੰਡਤ ਜੀ ਦਾ ਫੋਨ ਆਇਆ ਕਿ ਲੜਕੀ ਦੇ ਪਿਤਾ ਤੇ ਲੜਕੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਅਸੀਂ ਹਾਂ ਕਹਿ ਦਿੱਤਾ ਤੇ ਉਹਨਾਂ ਨੇ ਇੱਕ ਵੱਡਾ ਹੋਟਲ ਹੀ ਬੁੱਕ ਕਰ ਲਿਆ। ਉਸ ਵਿੱਚ ਮੇਰੇ 15 ਲੋਕਾਂ ਦਾ ਪਰਿਵਾਰ ਅਤੇ ਉਸ ਦੀ ਲੜਕੀ ਦੇ ਇਲਾਵਾ ਹੋਰ ਕੋਈ ਨਹੀਂ ਸੀ। ਚਾਰੂ ਫੋਟੋ ਵਿੱਚ ਜਿੰਨੀ ਸੁੰਦਰ ਲੱਗ ਰਹੀ ਸੀ ਉਸ ਤੋਂ ਕਿਤੇ ਜ਼ਿਆਦਾ ਰੀਅਲ ਵਿੱਚ ਸੁੰਦਰ ਸੀ। ਇੰਨੇ ਵੱਡੇ ਘਰ ਦੀ ਬੇਟੀ ਹੋਣ ਦੇ ਬਾਵਜੂਦ ਵੀ ਉਹ ਕਾਫੀ ਸਿੰਪਲ ਲੱਗ ਰਹੀ ਸੀ। ਉਹ ਆਏ ਤੇ ਉਹਨਾਂ ਨੇ ਮੇਰੇ ਸਾਰੇ ਪਰਿਵਾਰ ਦੇ ਪੈਰ ਛੂਏ। ਉਹ ਸਾਰਿਆਂ ਨੂੰ ਅੱਗੇ ਆਪ ਉੱਠ ਕੇ ਖਾਣਾ ਪਰੋਸ ਰਹੀ ਸੀ। ਸਾਡਾ ਤਾਂ ਸਾਰਾ ਪਰਿਵਾਰ ਖੁਸ਼ ਸੀ ਕਿਉਂਕਿ ਉਹਨਾਂ ਨੂੰ ਜਿਹੀ ਨੂੰਹ ਮਿਲਣ ਲੱਗੀ ਸੀ, ਬਿਲਕੁਲ ਸਿੱਧੀ ਸਾਦੀ, ਜੋ ਇਸ ਜ਼ਮਾਨੇ ਵਿੱਚ ਮਿਲਣਾ ਮੁਸ਼ਕਿਲ ਸੀ। ਚਾਰੂ ਦੇ ਪਾਪਾ ਮੈਨੂੰ ਬੋਲੇ, ਬੇਟਾ ਤੁਸੀਂ ਕੰਮ ਕਾਰ ਕੀ ਕਰਦੇ ਹੋ? ਤਾਂ ਮੇਰੇ ਪਾਪਾ ਵਿੱਚੋਂ ਹੀ ਗੱਲ ਨੂੰ ਕੱਟਦੇ ਹੋਏ ਬੋਲੇ ਕਿ ਹਾਲੇ ਤਾਂ ਇਹ MBA ਕਰ ਰਿਹਾ ਤੇ ਨਾਲ-ਨਾਲ ਖੁਦ ਦਾ ਖਰਚਾ ਚੁੱਕਣ ਲਈ ਇੱਕ ਪਾਰਟ ਟਾਈਮ ਜੌਬ ਵੀ ਕਰ ਰਿਹਾ। ਮੈਂ ਸੋਚਿਆ ਕਿ ਭਲਾ ਕਿਹੜਾ ਬਾਪ ਚਾਹੇਗਾ ਕਿ ਉਸ ਦੀ ਬੇਟੀ ਦਾ ਵਿਆਹ ਪਾਰਟ ਟਾਈਮ ਜੌਬ ਕਰਨ ਵਾਲੇ ਨਾਲ ਹੋਵੇ, ਪਰ ਹੋਇਆ ਬਿਲਕੁਲ ਮੇਰੀ ਸੋਚ ਦੇ ਉਲਟ। ਚਾਰੂ ਦੇ ਪਾਪਾ ਨੇ ਕਿਹਾ ਕਿ ਭਰਾ, ਇਹ ਤਾਂ ਚੰਗੀ ਗੱਲ ਆ ਕਿ ਲੜਕਾ ਪੜ੍ਹਾਈ ਦੇ ਨਾਲ-ਨਾਲ ਆਪਣੀ ਜ਼ਿੰਮੇਵਾਰੀ ਵੀ ਉਠਾ ਰਿਹਾ। ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਕਿ ਆਖਿਰ ਚੱਲ ਕੀ ਰਿਹਾ, ਹੁਣ ਵੀ ਨਾਰਮਲ ਲੱਗ ਰਿਹਾ ਸੀ। ਤਾਂ ਉਦੋਂ ਹੀ ਮੈਂ ਦੇਖਿਆ ਕਿ ਮੇਰੇ ਪਾਪਾ ਤੇ ਚਾਰੂ ਦੇ ਪਾਪਾ ਅੱਖਾਂ ਹੀ ਅੱਖਾਂ ਵਿੱਚ ਇਸ਼ਾਰਾ ਕਰਕੇ ਇੱਕ ਦੂਜੇ ਨੂੰ ਸਮਝਾ ਰਹੇ ਸੀ ਤੇ ਸਾਨੂੰ ਇਕੱਠੇ ਬੋਲੇ ਕਿ ਤੁਸੀਂ ਟੈਰਿਸ 'ਤੇ ਚਲੇ ਜਾਓ, ਆਖਿਰ ਜ਼ਿੰਦਗੀ ਦਾ ਤੁਸੀਂ ਦੋਨਾਂ ਨੇ ਕੱਢਣੀ ਆ। ਇੰਨਾ ਕਹਿਣ ਤੇ ਚਾਰੂ ਉੱਠ ਕੇ ਖੜੀ ਹੋ ਗਈ। ਉਹ ਮੇਰੇ ਪਿੱਛੇ ਤੁਰੀ ਜਾ ਰਹੀ ਸੀ। ਅਚਾਨਕ ਮੈਂ ਦੇਖਿਆ ਕਿ ਛੱਤ 'ਤੇ ਪਹੁੰਚ ਕੇ ਉਸਦੀ ਚਾਲ ਬਿਲਕੁਲ ਬਦਲ ਗਈ। ਹੁਣ ਤੱਕ ਉਹ ਸਿੰਪਲ ਲੜਕੀ ਦੀ ਤਰ੍ਹਾਂ ਸ਼ਰਮਾ ਕੇ ਚੱਲ ਰਹੀ ਸੀ, ਪਰ ਛੱਤ ਤੇ ਪਹੁੰਚਦਿਆਂ ਹੀ ਉਹ ਬਿੰਦਾਸ ਕੈਟ ਵਾਕ ਕਰਦੇ ਹੋਏ ਚੱਲ ਰਹੀ ਸੀ। ਉਹ ਇੱਕਦਮ ਮੇਰੇ ਕੋਲ ਆਈ ਤੇ ਬੋਲੀ, ਕਿੰਨੀਆਂ ਗਰਲਫ੍ਰੈਂਡਾਂ ਤੇਰੀਆਂ? ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਕਿਸੇ ਨੂੰ ਪਹਿਚਾਨਣ ਦੀ ਗਲਤੀ ਕਰ ਗਿਆ ਸੀ, ਕਿਉਂਕਿ ਹੁਣ ਤੱਕ ਜਿਸ ਨੂੰ ਮੈਂ ਸੁਸ਼ੀਲ ਅਤੇ ਸਧਾਰਨ ਲੜਕੀ ਸਮਝ ਰਿਹਾ ਸੀ, ਉਹ ਤਾਂ ਇੱਕ ਮਾਡਰਨ ਖਿਆਲਾਂ ਵਾਲੀ ਨਿਕਲੀ। ਉਸਨੇ ਮੇਰੇ ਚਿਹਰੇ ਦੇ ਸਾਹਮਣੇ ਹੱਥ ਹਿਲਾਉਂਦੇ ਹੋਏ ਕਿਹਾ, ਕੀ ਹੋਇਆ? ਸਿਰਫ ਮੈਂ ਤਾਂ ਇੱਕ ਸਵਾਲ ਹੀ ਪੁੱਛਿਆ, ਇਸ ਵਿੱਚ ਇੰਨੀ ਵੱਡੀ ਕਿਹੜੀ ਗੱਲ ਆ ਜਿਹੜਾ ਤੂੰ ਇੰਨਾ ਹੈਰਾਨ ਹੋ ਰਿਹਾ? ਦੇਵੀ ਜੀ ਸਿੱਧਾ ਆਪ ਤੋਂ ਤੂੰ ਤੇ ਆ ਗਈ। ਇਸ ਲਈ ਮੈਂ ਵੀ ਲਾਜ ਦਾ ਗਹਿਣਾ ਸਾਈਡ 'ਤੇ ਰੱਖ ਕੇ ਕਿਹਾ, ਸ਼ੌਕ ਤੇਰੇ ਸਵਾਲ ਤੋਂ ਨਹੀਂ, ਤੇਰੇ ਬਦਲੇ ਹੋਏ ਅੰਦਾਜ਼ ਤੋਂ ਲੱਗ ਰਿਹਾ। ਛੱਡੋ, ਤੁਹਾਡੇ ਸਵਾਲ ਦਾ ਜਵਾਬ ਮੈਂ ਦੇ ਦਿੰਦਾ ਹਾਂ। ਮੈਂ ਅੱਜ ਤੱਕ ਕਿਸੇ ਵੀ ਲੜਕੀ ਨੂੰ ਗਰਲਫ੍ਰੈਂਡ ਨਹੀਂ ਬਣਾਇਆ। ਉਸ ਮੂੰਹ 'ਤੇ ਹੱਥ ਰੱਖ ਕੇ ਹੱਸਣ ਲੱਗੀ। ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਤੂੰ ਮੇਰੇ ਪਰਿਵਾਰ ਦੇ ਸਾਹਮਣੇ ਸਿੱਧੀ ਅਤੇ ਸੰਸਕਾਰੀ ਬਣਨ ਦਾ ਨਾਟਕ ਕਿਉਂ ਕਰ ਰਹੀ ਆ, ਤੇ ਤੇਰੇ ਪਾਪਾ ਜੇ ਇੰਨੇ ਸ਼ਾਹੂਕਾਰ ਹਨ ਤੇ ਤੂੰ ਵੀ ਇੰਨੀ ਮਾਡਰਨ ਆ, ਫਿਰ ਤੁਸੀਂ ਸਾਡਾ ਪਰਿਵਾਰ ਕਿਵੇਂ ਚੁਣ ਲਿਆ ਜੋ ਨਾ ਤਾਂ ਤੁਹਾਡੇ ਜਿੰਨਾ ਮਾਡਰਨ ਆ ਤੇ ਨਾ ਹੀ ਤੇਰੇ ਪਾਪਾ ਦੀ ਜਿੰਨੀ ਹੈਸੀਅਤ ਆ ਸਾਡੀ? ਮੈਂ ਆਪਣੇ ਮਨ ਵਿੱਚ ਉੱਠ ਰਹੇ ਸਾਰੇ ਸਵਾਲ ਚਾਰੂ ਦੇ ਸਾਹਮਣੇ ਰੱਖ ਦਿੱਤੇ। ਚਾਰੂ ਮੇਰੇ ਸਵਾਲਾਂ ਨੂੰ ਸੁਣ ਕੇ ਕੁਝ ਦੇਰ ਦੇ ਲਈ ਚੁੱਪ ਹੋ ਗਈ ਤੇ ਫਿਰ ਬੋਲੀ, ਇਹ ਸੱਚ ਆ ਕਿ ਮੇਰੇ ਪਾਪਾ ਤੇਰੇ ਪਰਿਵਾਰ ਦੀ ਹੈਸੀਅਤ ਤੋਂ ਕਈ ਗੁਣਾ ਉੱਪਰ ਹਨ, ਤੇ ਇਹ ਵੀ ਸੱਚ ਆ ਕਿ ਮੈਂ ਇੱਕ ਮਾਡਰਨ ਖਿਆਲ ਵਾਲੀ ਲੜਕੀ ਹਾਂ। ਇਹ ਵੀ ਸੱਚ ਆ ਕਿ ਮੈਂ ਇਹ ਰਿਸ਼ਤਾ ਪਸੰਦ ਆਪ ਕੀਤਾ ਕਿਉਂਕਿ ਮੈਂ ਤੁਹਾਡੀ ਇੱਕ ਵੱਡੀ ਜੁਆਇੰਟ ਫੈਮਿਲੀ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਬਚਪਨ ਵਿੱਚ ਹੀ ਮੇਰੀ ਮਾਂ ਗੁਜ਼ਰ ਜਾਣ ਤੋਂ ਬਾਅਦ ਮੈਂ ਜ਼ਿਆਦਾਤਰ ਸਮਾਂ ਇੱਕ ਪਰਿਵਾਰ ਦੀ ਕਲਪਨਾ ਵਿੱਚ ਲੰਘਾਇਆ ਹੈ। ਮੇਰੇ ਪਾਪਾ ਅਕਸਰ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਹਨ ਤੇ ਜਿਸ ਦੀ ਵਜ੍ਹਾ ਨਾਲ ਮੇਰਾ ਪੂਰਾ ਬਚਪਨ ਨੌਕਰਾਣੀਆਂ ਦੇ ਸਿਰ 'ਤੇ ਗੁਜ਼ਰਿਆ। ਥੋੜੀ ਵੱਡੀ ਹੋਈ ਤਾਂ ਪਾਪਾ ਨੇ ਬੋਰਡਿੰਗ ਸਕੂਲ 'ਚ ਪਾ ਦਿੱਤਾ। ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦੋਂ ਮੈਂ ਦੂਜੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਦੇ ਦੇਖਦੀ ਤਾਂ ਮਨ ਹੀ ਮਨ ਵਿੱਚ ਸੋਚਦੀ ਕਿ ਮੇਰਾ ਵੀ ਪਰਿਵਾਰ ਹੁੰਦਾ। ਚਾਰੂ ਨੇ ਆਪਣੇ ਪੂਰੇ ਮਨ ਦੇ ਗਵਾਰ ਮੇਰੇ ਸਾਹਮਣੇ ਰੱਖ ਦਿੱਤੇ ਸੀ। ਮੈਂ ਮਨ ਹੀ ਮਨ ਸੋਚਿਆ ਕਿ ਇਹ ਇੱਕ ਪਰਿਵਾਰ ਦੀ ਅਹਿਮੀਅਤ ਉਹੀ ਸਮਝ ਸਕਦਾ ਜਿਸ ਦੇ ਕੋਲ ਕੋਈ ਪਰਿਵਾਰ ਨਾ ਹੋਵੇ, ਨਹੀਂ ਤਾਂ ਅੱਜ ਕੱਲ੍ਹ ਕਿਹੜੀਆਂ ਕੁੜੀਆਂ ਚਾਹੁੰਦੀਆਂ ਕਿ ਉਹਨਾਂ ਦਾ ਵਿਆਹ ਜੁਆਇੰਟ ਫੈਮਿਲੀ ਵਿੱਚ ਹੋਵੇ। ਉਹ ਮੈਨੂੰ ਕਹਿਣ ਲੱਗੀ, ਹੈਲੋ, ਕਿਹੜੇ ਖਿਆਲਾਂ ਵਿੱਚ ਖੋ ਗਏ? ਜੇ ਕੋਈ ਸਵਾਲ ਪੁੱਛਣਾ ਹੈ ਤਾਂ ਪੁੱਛ ਲਾ। ਮੈਂ ਉਸ ਨੂੰ ਕਿਹਾ, ਮੈਨੂੰ ਹੋਰ ਕੋਈ ਗੱਲ ਨਹੀਂ ਪੁੱਛਣੀ, ਪਰ ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਤੇਰਾ ਦਿਲ ਬਹੁਤ ਸਾਫ਼ ਹੈ, ਜੋ ਅੱਜ ਕੱਲ੍ਹ ਬਹੁਤ ਘੱਟ ਲੋਕਾਂ ਦੇ ਕੋਲ ਹੁੰਦਾ। ਮੈਨੂੰ ਇਹ ਰਿਸ਼ਤਾ ਮਨਜ਼ੂਰ ਆ। ਮੇਰੇ ਅਤੇ ਚਾਰੂ ਦੀ ਹਾਂ ਸੁਣ ਕੇ ਸਾਰੇ ਲੋਕ ਖੁਸ਼ੀ ਦੀ ਲਹਿਰ ਵਿੱਚ ਦੌੜ ਪਈ, ਪਰ ਮੈਨੂੰ ਮੇਰੀਆਂ ਦੋਨਾਂ ਭਾਬੀਆਂ 'ਤੇ ਤਰਸ ਆ ਰਿਹਾ ਸੀ ਕਿਉਂਕਿ ਉਹ ਜਿਸ ਨੂੰ ਗਊ ਸਮਝ ਰਹੀਆਂ ਸੀ ਉਹ ਤਾਂ ਅਸਲ ਵਿੱਚ ਸ਼ੇਰਨੀ ਸੀ। ਹੁਣ ਤਾਂ ਰੱਬ ਹੀ ਇਹਨਾਂ ਦੋਵਾਂ ਨੂੰ ਚਾਰੂ ਦੇ ਕਹਿਰ ਤੋਂ ਬਚਾਵੇ। ਅਗਲੇ ਹੀ ਦਿਨ ਚਾਰੂ ਦੇ ਪਾਪਾ ਨੇ ਸਾਨੂੰ ਆਪਦੇ ਘਰ ਬੁਲਾ ਲਿਆ।
ਕਿਉਂਕਿ ਉਹ ਮੰਗਣੀ ਤੇ ਵਿਆਹ ਦੀ ਤਰੀਕ ਪੱਕੀ ਕਰਨਾ ਚਾਹੁੰਦੇ ਸੀ। ਅਗਲੇ ਦਿਨ ਮੈਂ ਦੇਖਿਆ ਕਿ ਮੇਰਾ ਪੂਰਾ ਪਰਿਵਾਰ ਸਵੇਰੇ ਹੀ ਖੁਦ ਨੂੰ ਸਟੈਂਡਰਡ ਦਿਖਾਉਣ ਦੀ ਰੇਸ ਵਿੱਚ ਲੱਗਿਆ ਹੋਇਆ ਸੀ। ਮੇਰੇ ਦੋਨੋਂ ਭਰਾਵਾਂ ਨੇ ਵਿਆਹ ਵਾਲੇ ਬਲੇਜ਼ਰ ਕੱਢ ਲਏ। ਉਹਨਾਂ ਦੇ ਵਧੇ ਹੋਏ ਢਿੱਡ ਦੀ ਵਜ੍ਹਾ ਨਾਲ ਕਿਸੇ ਦਾ ਤਰ੍ਹਾਂ ਕਰਾ ਕੇ ਉਹਨਾਂ ਨੇ ਆਪਣੇ ਫੈਲੇ ਹੋਏ ਸਰੀਰ ਉੱਤੇ ਚੜ੍ਹਾ ਲਏ। ਦੋਨੋਂ ਭਾਬੀਆਂ ਦਾ ਵੀ ਸ਼ਿੰਗਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ। ਜਦੋਂ ਉਹ 2 ਘੰਟਿਆਂ ਬਾਅਦ ਕਮਰਿਆਂ ਵਿੱਚੋਂ ਨਿਕਲਿਆ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਲక్ష్ਮੀ ਦੇਵੀ ਪੂਰੇ ਗਹਿਣਿਆਂ ਦੇ ਨਾਲ ਲੱਦੀ ਪਈ ਹੋਵੇ। ਮੈਂ ਵੀ ਆਪਣੇ ਕੈਜੂਅਲ ਕੱਪੜਿਆਂ ਨਾਲ ਤਿਆਰ ਹੋ ਕੇ ਗਿਆ। ਵੈਸੇ ਵੀ ਮੇਰਾ ਮੰਨਣਾ ਸੀ ਕਿ ਇਨਸਾਨ ਦੀ ਖੂਬਸੂਰਤੀ ਉਸ ਦੇ ਕੱਪੜਿਆਂ ਤੋਂ ਨਹੀਂ, ਉਸ ਦੀ ਸਿਹਤ ਤੋਂ ਝਲਕਦੀ ਹੈ, ਜਿਸ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ ਸੀ। ਵੱਡੇ ਭਰਾ ਨੇ ਆਪਣੇ ਦੋਸਤ ਦੀ ਵੱਡੀ ਇਨੋਵਾ ਗੱਡੀ ਇੱਕ ਰਾਤ ਦੇ ਲਈ ਉਧਾਰ ਲੈ ਲਈ, ਕਿਉਂਕਿ ਉਹਨਾਂ ਨੇ ਝੂਠਾ ਦਿਖਾਵਾ ਜੋ ਦਿਖਾਉਣਾ ਸੀ। ਮੈਂ ਦੇਖਿਆ ਕਿ ਸਾਡੀ ਗੱਡੀ ਇੱਕ ਵੱਡੇ ਸਾਰੇ ਸਫੈਦ ਬੰਗਲੇ ਦੇ ਸਾਹਮਣੇ ਜਾ ਕੇ ਰੁਕੀ। ਅੰਦਰ ਜਾਂਦੇ ਹੀ ਮੈਂ ਦੇਖਿਆ ਕਿ ਮੇਰਾ ਪਰਿਵਾਰ ਉਹਨਾਂ ਦੀ ਸ਼ਾਹੂਕਾਰਾਂ ਦੀ ਚਕਾਚੌਂਧ ਖੋ ਗਿਆ ਸੀ। ਚਾਰੂ ਦੇ ਪਾਪਾ ਸਾਨੂੰ ਅੰਦਰ ਲੈ ਗਏ ਤੇ ਸੋਫੇ ਤੇ ਬਿਠਾ ਦਿੱਤਾ। ਸਾਰੇ ਗੱਲਾਂ ਵਿੱਚ ਵਿਅਸਤ ਸਨ, ਪਰ ਮੈਂ ਆਪਣੀ ਹੀ ਕਲਪਨਾ ਵਿੱਚ ਖੋਇਆ ਹੋਇਆ ਸੀ। ਮੈਂ ਸੋਚਦਾ ਸੀ ਕਿ ਘਰ ਜਿੰਨਾ ਵੱਡਾ ਹੋਵੇਗਾ ਉਸ ਵਿੱਚ ਰਹਿਣ ਵਾਲੇ ਲੋਕ ਓਨੇ ਹੀ ਇਕੱਲੇ ਹੋ ਜਾਂਦੇ ਹਨ, ਪਰ ਮੈਂ ਅੱਜ ਤੱਕ ਚਾਰੂ ਦੇ ਪਾਪਾ ਜਿੰਨਾ ਜ਼ਮੀਨ ਨਾਲ ਜੁੜਿਆ ਹੋਇਆ ਅਮੀਰ ਨਹੀਂ ਦੇਖਿਆ ਸੀ। ਉਦੋਂ ਹੀ ਚਾਰੂ ਦੇ ਪਾਪਾ ਨੇ ਪੰਡਿਤ ਜੀ ਨੂੰ ਇਸ਼ਾਰੇ ਦੇ ਨਾਲ ਬੁਲਾਇਆ। ਸਗਾਈ ਅਤੇ ਵਿਆਹ ਦਾ ਸਭ ਮਹੂਰਤ ਕੱਢਣ ਲਈ ਕਿਹਾ। ਪੰਡਿਤ ਜੀ ਨੇ ਐਸੇ ਮਹੀਨੇ ਵਿੱਚ ਵਿਆਹ ਦੀ ਸਗਾਈ ਦੀ ਤਰੀਕ ਫਿਕਸ ਕਰ ਦਿੱਤੀ। ਪੰਡਿਤ ਜੀ ਨੂੰ 21,000 ਦਕਸ਼ਨਾ ਦੇ ਕੇ ਵਿਦਾ ਕਰ ਦਿੱਤਾ। ਸਾਨੂੰ ਕਾਫੀ ਰਾਤ ਹੋ ਗਈ ਤੇ ਚਾਰੂ ਦੇ ਪਾਪਾ ਨੇ ਕਿਹਾ ਤੁਸੀਂ ਇੱਥੇ ਹੀ ਰੁਕ ਜਾਓ, ਕਿਉਂਕਿ ਉਹਨਾਂ ਦਾ ਘਰ ਸਾਡੇ ਘਰ ਨਾਲੋਂ ਕਾਫੀ ਜ਼ਿਆਦਾ ਦੂਰ ਸੀ। ਮੇਰੇ ਪਾਪਾ ਦਾ ਨਾ ਨੁੱਕਰ ਕਰਦੇ ਹੋਏ ਉੱਥੇ ਹੀ ਰੁਕ ਗਏ। 4-5 ਨੌਕਰਾਂ ਨੇ ਸਾਨੂੰ ਆਪਣਾ ਆਪਣਾ ਕਮਰਾ ਦਿਖਾ ਦਿੱਤਾ। ਉਦੋਂ ਹੀ ਮੈਂ ਦੇਖਿਆ ਕਿ ਚਾਰੂ ਪਤਾ ਨਹੀਂ ਕਦੋਂ ਮੇਰੇ ਕੋਲ ਆ ਕੇ ਖੜੀ ਹੋ ਗਈ ਤੇ ਮੇਰੇ ਹੱਥ ਵਿੱਚ ਇੱਕ ਪਰਚੀ ਫੜਾ ਕੇ ਪੌੜੀਆਂ ਉੱਪਰ ਚੜ੍ਹ ਗਈ ਤੇ ਅਗਲੇ ਕਮਰੇ ਵਿੱਚ ਚਲੀ ਗਈ। ਤੇ ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਉਹ ਆਪਣੇ ਕਮਰੇ ਵਿੱਚ ਨਾ ਵੜੀ। ਮੈਂ ਸਾਰਿਆਂ ਤੋਂ ਚੋਰੀ ਉਹ ਪਰਚੀ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਲਿਖਿਆ ਸੀ, ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਆ ਜਾਣਾ, ਤੁਹਾਡਾ ਇੰਤਜ਼ਾਰ ਰਹੇਗਾ। ਮੈਂ ਚਾਰੂ ਦਾ ਕਰੈਕਟਰ ਸਮਝ ਨਹੀਂ ਪਾ ਰਿਹਾ ਸੀ। ਕਦੇ ਕਦੇ ਤਾਂ ਉਹ ਬੜਾ ਮਾਸੂਮ ਲੱਗਦੀ ਤੇ ਕਦੇ ਕਦੇ ਉਹ ਡਿਸਕੋ ਤੇ ਪੱਬ ਜਾਣ ਵਾਲੀਆਂ ਉਹਨਾਂ ਮਾਡਰਨ ਕੁੜੀਆਂ ਦੀ ਤਰ੍ਹਾਂ ਬਣ ਜਾਂਦੀ ਜੋ ਆਪਣੇ ਕੋਲ ਖੜੇ ਲੜਕੇ ਨੂੰ ਬਿਨਾਂ ਝਿਜਕੇ ਤੋਂ ਫਰੈਂਡ ਜ਼ੋਨ ਕਰ ਲੈਂਦੀਆਂ ਹਨ। ਰਾਤ ਦੇ 9 ਵੱਜਣ ਵਾਲੇ ਸੀ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਖੜਕਣ ਦੀ ਆਵਾਜ਼ ਸੁਣੀ। ਇੱਕ ਪਲ ਦੇ ਲਈ ਮੈਂ ਸਹਿਮ ਗਿਆ ਕਿ ਕਿਤੇ ਇਹ ਚਾਰੂ ਤਾਂ ਨਹੀਂ। ਇਸ ਨੂੰ ਰਾਤ ਦੇ ਹੋਣ ਦਾ ਵੀ ਸਬਰ ਨਹੀਂ ਜੋ ਇਹ ਰਾਤ ਦੇ 9 ਵਜੇ ਹੀ ਕਮਰੇ ਵਿੱਚ ਚਲੀ ਆਈ। ਮੈਂ ਇਸ ਤਰ੍ਹਾਂ ਹੀ ਬੜਬੜਾਉਂਦੇ ਹੋ ਕੇ ਆਪਣੇ ਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦੇਖਿਆ ਕਿ ਨੌਕਰ ਖੜਾ ਸੀ। ਉਹ ਮੈਨੂੰ ਹੇਠਾਂ ਡਾਈਨਿੰਗ ਟੇਬਲ 'ਤੇ ਖਾਣੇ ਦੇ ਲਈ ਬੁਲਾਉਣ ਆਇਆ ਸੀ। ਮੈਂ ਚੈਨ ਦਾ ਸਾਹ ਲਿਆ। ਮੈਂ ਉਸ ਨੂੰ ਕਿਹਾ ਤੂੰ ਚੱਲ, ਮੈਂ ਆਇਆ। ਮੈਂ ਖਾਣਾ ਖਾਣ ਡਾਈਨਿੰਗ ਟੇਬਲ ਦੇ ਹੇਠਾਂ ਚਲਾ ਗਿਆ। ਸਾਰਿਆਂ ਨੇ ਬੈਠ ਕੇ ਖਾਣਾ ਖਾਧਾ। ਜਦੋਂ ਮੈਂ ਵਾਪਸ ਮੁੜ ਕੇ ਆਉਣ ਲੱਗਿਆ ਤਾਂ ਚਾਰੂ ਨੇ ਮੇਰੀ ਪਿੱਛੋਂ ਬਾਂਹ ਫੜ ਲਈ ਤੇ ਕਿਹਾ ਅੱਜ ਰਾਤ ਨੂੰ ਤੂੰ ਮੇਰੇ ਕਮਰੇ ਵਿੱਚ ਆ ਜਾਵੀਂ, ਵਰਨਾ ਮੈਂ ਤੇਰੇ ਕਮਰੇ ਵਿੱਚ ਆ ਜਾਵਾਂਗੀ। ਸਮਝੇ ਬੱਚੂ? ਮੈਂ ਇਹਨਾਂ ਸਭ ਚੀਜ਼ਾਂ ਵਿੱਚ ਤਾਂ ਉਸ ਪਰਚੀ ਨੂੰ ਭੁੱਲ ਹੀ ਗਿਆ ਸੀ, ਪਰ ਚਾਰੂ ਸੀ ਕਿ ਮੇਰੇ ਹੱਥ ਧੋ ਕੇ ਪਿੱਛੇ ਪੈ ਗਈ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅੱਜ ਇਹ ਮੇਰੇ ਛਿੱਤਰ ਪਵਾ ਕੇ ਰਹੇਗੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਬਿਸਤਰਾ 'ਤੇ ਕਰਵਟ ਬਦਲ ਰਿਹਾ ਸੀ। ਮੇਰੇ ਮਨ ਵਿੱਚ ਅਲੱਗ-ਅਲੱਗ ਸਵਾਲ ਆ ਰਹੇ ਸੀ ਕਿ ਜੇ ਗਲਤੀ ਨਾਲ ਵੀ ਕਿਸੇ ਨੇ ਮੈਨੂੰ ਚਾਰੂ ਦੇ ਕਮਰੇ ਵਿੱਚ ਦੇਖ ਲਿਆ ਤਾਂ ਸਾਲਾਂ ਤੋਂ ਬਣਾਈ ਹੋਈ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਤੇ ਬਦਨਾਮੀ ਉਹ ਅਲੱਗ ਤੋਂ। ਅੰਤ ਵਿੱਚ ਮੈਂ ਇਹ ਸੋਚ ਲਿਆ ਕਿ ਮੈਂ ਚਾਰੂ ਦੇ ਕਮਰੇ ਵਿੱਚ ਨਹੀਂ ਜਾਵਾਂਗਾ ਤੇ ਆਪਣੇ ਕਮਰੇ ਦਾ ਦਰਵਾਜ਼ਾ ਵੀ ਲੌਕ ਕਰਕੇ ਸੌਵਾਂਗਾ। ਦੇਖਦਾ ਉਹ ਮੇਰੇ ਕੋਲ ਕਮਰੇ ਵਿੱਚ ਕਿਵੇਂ ਆਉਂਦੀ ਆ। ਮੈਂ ਦਰਵਾਜ਼ੇ ਨੂੰ ਲੌਕ ਕਰਕੇ ਚਾਬੀ ਨੂੰ ਆਪਣੇ ਸਿਰਹਾਣੇ ਹੇਠਾਂ ਰੱਖ ਲਿਆ ਤੇ ਪਾਸੇ ਲੈਂਦਾ ਹੋਇਆ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਗਈ। ਅਚਾਨਕ ਅੱਧੀ ਰਾਤ ਨੂੰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਨਾਲ ਕੋਈ ਸੁੱਤਾ ਹੋਇਆ। ਮੈਂ ਅੱਧੀਆਂ ਅੱਖਾਂ ਖੁੱਲ੍ਹੀਆਂ ਨਾਲ ਜਦੋਂ ਉਹ ਦੇਖਦਾ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ। ਮੈਂ ਹੌਲੀ ਦੇਣੇ ਬੋਲਿਆ ਕਿ ਚਾਰੂ ਤੂੰ ਅੰਦਰ ਕਿਵੇਂ ਆਈ? ਮੈਂ ਤਾਂ ਅੰਦਰ ਤੋਂ ਦਰਵਾਜ਼ਾ ਲੌਕ ਕੀਤਾ ਸੀ ਤੇ ਰੱਬਾ ਕਿੱਥੇ ਫਸਾ ਦਿੱਤਾ ਤੂੰ। ਜੇ ਗਲਤੀ ਨਾਲ ਵੀ ਕਿਸੇ ਨੂੰ ਪਤਾ ਲੱਗ ਗਿਆ ਤਾਂ ਹੰਗਾਮਾ ਹੋ ਜਾਵੇਗਾ। ਮੈਂ ਉਸ ਨੂੰ ਬਾਂਹ ਤੋਂ ਫੜ ਕੇ ਕਮਰੇ ਤੋਂ ਬਾਹਰ ਕੱਢ ਦਿੱਤਾ ਤਾਂ ਉਸਨੇ ਮੈਨੂੰ ਕਿਹਾ ਕਿ ਤੂੰ ਇਹ ਨਹੀਂ ਜਾਣਦਾ ਕਿ ਮੈਂ ਅੰਦਰ ਕਿਵੇਂ ਆਈ? ਉਸਨੇ ਸ਼ਰਾਰਤ ਭਰੇ ਅੰਦਾਜ਼ ਵਿੱਚ ਪੁੱਛਿਆ। ਜਾਣਨਾ ਤਾਂ ਚਾਹੁੰਦਾ ਸੀ, ਪਰ ਮੈਂ ਜਾਣਦਾ ਸੀ ਕਿ ਉਹ ਅੱਜ ਮੇਰਾ ਜਲੂਸ ਕਢਵਾ ਕੇ ਹੀ ਰਹੇਗੀ। ਇਸ ਲਈ ਮੈਂ ਕਿਹਾ ਮੈਂ ਕੁਝ ਨਹੀਂ ਪੁੱਛਣਾ। ਫਿਰ ਕਿਸੇ ਤਰ੍ਹਾਂ ਮੈਂ ਉਸ ਆਫਤ ਨੂੰ ਆਪਣੇ ਗਲੋਂ ਲਾਇਆ। ਅੱਜ ਮੇਰੀ ਅੱਖਾਂ ਵਿੱਚ ਨੀਂਦ ਨਹੀਂ ਸੀ। ਮੈਂ ਹੈਰਾਨ ਸੀ। ਇਹ ਨਹੀਂ ਸੀ ਕਿ ਚਾਰੂ ਮੈਨੂੰ ਪਸੰਦ ਨਹੀਂ ਸੀ, ਉਹ ਮੈਨੂੰ ਕੁਝ ਜ਼ਿਆਦਾ ਹੀ ਮਾਡਰਨ ਅਤੇ ਖੁੱਲ੍ਹੇ ਵਿਚਾਰਾਂ ਵਾਲੀ ਲੱਗਦੀ ਸੀ। ਅਗਲੇ ਦਿਨ ਅਸੀਂ ਘਰੇ ਆ ਗਏ ਤੇ ਘਰੇ ਆਉਂਦੇ ਹੀ ਸਾਰਾ ਟੱਬਰ ਮੇਰੀ ਸਗਾਈ ਤੇ ਵਿਆਹ ਵਿੱਚ ਦੀਆਂ ਤਿਆਰੀਆਂ ਵਿੱਚ ਜੁਟ ਗਿਆ।
ਤੇ ਮੈਨੂੰ ਅਣਜਾਣ ਨੰਬਰ ਤੇ ਇੱਕ ਕਾਲ ਆਈ। ਉਹ ਆਵਾਜ਼ ਮੇਰੀ ਜਾਣੀ ਪਹਿਚਾਣੀ ਸੀ। ਉਹ ਚਾਰੂ ਦਾ ਫੋਨ ਸੀ ਤੇ ਉਸਨੇ ਕਿਹਾ, ਤੁਸੀਂ ਘਰ ਪਹੁੰਚ ਗਏ ਮੇਰੇ ਫਿਊਚਰ ਹਸਬੈਂਡ। ਮੈਂ ਹੈਰਾਨੀ ਨਾਲ ਪੁੱਛਿਆ ਕਿ ਤੇਰੇ ਕੋਲ ਮੇਰਾ ਨੰਬਰ ਕਿਵੇਂ ਆਇਆ? ਤਾਂ ਉਸਨੇ ਸ਼ਰਾਰਤ ਭਰੇ ਅੰਦਾਜ਼ ਵਿੱਚ ਕਿਹਾ ਕਿ ਉਵੇਂ ਹੀ ਜਿਵੇਂ ਕੱਲ ਰਾਤ ਨੂੰ ਮੈਂ ਤੇਰੇ ਕਮਰੇ ਵਿੱਚ ਆ ਗਈ ਸੀ। ਉਦੋਂ ਹੀ ਉਹ ਮੈਨੂੰ ਕੁਝ ਹੋਰ ਕਹਿਣ ਲੱਗੀ ਸੀ ਕਿ ਮੇਰੀ ਮਾਂ ਨੇ ਮੈਨੂੰ ਬੁਲਾ ਲਿਆ ਤੇ ਮੈਂ ਫੋਨ ਕੱਟ ਦਿੱਤਾ। ਉਸ ਤੋਂ ਬਾਅਦ ਤਾਂ ਉਹ ਮੈਨੂੰ ਰੋਜ਼ ਸਵੇਰੇ ਸ਼ਾਮ ਫੋਨ ਕਰਨ ਲੱਗੀ। ਮੈਨੂੰ ਵੀ ਉਸ ਨਾਲ ਗੱਲਾਂ ਕਰਕੇ ਵਧੀਆ ਲੱਗਦਾ ਸੀ। ਇਸੇ ਤਰ੍ਹਾਂ ਹੀ ਕਰਦੇ ਕਰਾਉਂਦੇ ਸਾਡਾ ਵਿਆਹ ਹੋ ਗਿਆ ਤੇ ਚਾਰੂ ਸਾਡੇ ਘਰ ਆ ਗਈ। ਆਂਢ ਗੁਆਂਢ ਦੇ ਲੋਕੀ ਚਾਰੂ ਨੂੰ ਦੇਖਣ ਆਏ ਤਾਂ ਉਹਨਾਂ ਵਿੱਚ ਕਈ ਔਰਤਾਂ ਨੇ ਮੈਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਵੱਡੇ ਘਰ ਦੀ ਕੁੜੀ ਵਿਆਹ ਕੇ ਲਿਆਏ ਹਨ। ਹੁਣ ਵੇਖਿਓ, ਆਏ ਦਿਨ ਇਹਨਾਂ ਦੇ ਘਰੇ ਲੜਾਈ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ। ਇੱਕ ਪਲ ਦੇ ਲਈ ਤਾਂ ਮੈਨੂੰ ਲੱਗਿਆ ਕਿ ਇਹ ਸੱਚ ਹੋ ਸਕਦਾ, ਕਿਉਂਕਿ ਕਿੱਥੇ ਮਹਿਲਾਂ ਵਿੱਚ ਪਲੀ ਹੋਈ ਮਾਡਰਨ ਖਿਆਲਾਂ ਨਾਲ ਪਲੀ ਹੋਈ ਲੜਕੀ, ਕਿੱਥੇ ਸਾਡਾ ਪਰਿਵਾਰ ਹਰ ਚੀਜ਼ ਵਿੱਚ ਐਡਜਸਟ ਕਰਨ ਵਾਲਾ, ਜਿੱਥੇ ਸਾਲ ਵਿੱਚ 2-3 ਮਹੀਨੇ ਅਜਿਹੇ ਆ ਜਾਂਦੇ ਹਨ ਕਿ ਘਰ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਜਾਂਦਾ। ਖੈਰ, ਉਸ ਦੇ ਬਾਅਦ ਸਾਰੀਆਂ ਰਸਮਾਂ ਖਤਮ ਕਰਨ ਤੋਂ ਬਾਅਦ ਅਸੀਂ ਆਪਣੇ ਕਮਰੇ ਵਿੱਚ ਚਲੇ ਜਾਂਦੇ ਹਾਂ। ਵਿਆਹ ਦੇ ਬਾਅਦ ਮੇਰੀ ਜ਼ਿੰਦਗੀ ਬੜੇ ਸਕੂਨ ਨਾਲ ਲੰਘ ਰਹੀ ਸੀ, ਕਿਉਂਕਿ ਮੇਰੇ ਕੋਲ 2 ਵੱਡੇ ਭਰਾ ਸੀ ਜੋ ਕਦੇ ਵੀ ਜ਼ਿੰਮੇਵਾਰੀਆਂ ਦਾ ਬੋਝ ਮੇਰੇ ਤੱਕ ਆਉਣ ਹੀ ਨਹੀਂ ਦਿੰਦੇ ਸੀ। ਖੂਬਸੂਰਤ ਪਤਨੀ ਸੀ ਤੇ ਇੱਕ ਪਿਆਰ ਕਰਨ ਵਾਲਾ ਪਰਿਵਾਰ। ਵਿਆਹ ਨੂੰ 2 ਮਹੀਨੇ ਹੋ ਗਏ, ਪਰ ਮੈਂ ਆਪਣੀ ਛੋਟੀ ਮੋਟੀ ਨੌਕਰੀ ਨੂੰ ਤੋਂ ਹੀ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਚਾਰੂ ਨੇ ਵੀ ਇਸ ਮਹੀਨੇ ਵਿੱਚ ਮੇਰੇ ਪਿਆਰ ਦੇ ਸਿਵਾਏ ਕਦੇ ਕੁਝ ਨਹੀਂ ਮੰਗਿਆ ਸੀ। ਮੇਰੇ ਵਿਆਹ ਦੇ 2 ਮਹੀਨੇ ਬਾਅਦ ਇੱਕ ਦਿਨ ਅਚਾਨਕ ਮੇਰੇ ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਾਰੇ ਮੇਰੇ ਪਾਪਾ ਦੇ ਅੰਤਿਮ ਸੰਸਕਾਰ ਦੀ ਤਿਆਰੀ ਵਿੱਚ ਜੁਟੇ ਹੋਏ ਸੀ। ਮੈਂ ਵੀ ਉਹਨਾਂ ਦਾ ਹੱਥ ਵਟਾਉਣ ਵਿੱਚ ਲੱਗ ਗਿਆ ਤਾਂ ਮੈਂ ਆਪਣੇ ਭਰਾਵਾਂ ਨੂੰ ਪਾਪਾ ਦੇ ਅੰਤਿਮ ਸੰਸਕਾਰ ਤੇ ਖਰਚੇ ਦੇ ਲਈ ਬਹਿਸ ਕਰਦੇ ਸੁਣਿਆ। ਵੱਡੇ ਭਰਾ ਦਾ ਕਹਿਣਾ ਸੀ ਕਿ ਪਾਪਾ ਦੇ ਅੰਤਿਮ ਸੰਸਕਾਰ ਦਾ ਖਰਚਾ ਬਰਾਬਰ ਵੰਡਿਆ ਜਾਵੇਗਾ। ਉਹਨਾਂ ਦੋਨਾਂ ਨੂੰ ਇਸ ਮਾਹੌਲ ਵਿੱਚ ਬਹਿਸ ਕਰਦੇ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਉਹਨਾਂ ਦੋਨਾਂ ਦੇ ਵਿੱਚ ਜਾਣ ਹੀ ਵਾਲਾ ਸੀ ਕਿ ਮੈਂ ਦੇਖਿਆ ਉਦੋਂ ਹੀ ਚਾਰੂ ਦੇ ਪਾਪਾ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਕਿਹਾ ਕਿ ਹਜੇ ਤੁਹਾਡੇ ਬਾਪ ਦਾ ਅੰਤਿਮ ਸੰਸਕਾਰ ਵੀ ਨਹੀਂ ਹੋਇਆ ਤੇ ਤੁਸੀਂ ਦੋਨੋਂ ਭਰਾ ਅੰਤਿਮ ਸੰਸਕਾਰ ਦੇ ਖਰਚੇ ਗਿਣਨ ਲੱਗ ਗਏ। ਇੱਕ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਹਾਨੂੰ ਖਰਚੇ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਉਹ ਮੈਂ ਇਕੱਲਾ ਵੇਖ ਲਵਾਂਗਾ। ਰੱਬ ਦੇ ਵਾਸਤੇ ਇਹਨਾਂ ਗੱਲਾਂ ਨੂੰ ਭੁੱਲ ਕੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿੱਚ ਸਾਥ ਦੇਵੋ। ਉਸ ਦੇ ਬਾਅਦ ਦੋਨੋਂ ਭਰਾ ਨੇ ਸਿਰ ਝੁਕਾ ਲਿਆ ਤੇ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਦਿਖਾਈ ਦੇ ਰਹੇ ਸੀ। ਜਿਵੇਂ ਹੀ ਚਾਰੂ ਦੇ ਪਾਪਾ ਉੱਥੋਂ ਚਲੇ ਗਏ ਤਾਂ ਮੈਂ ਦੇਖਿਆ ਉਹਨਾਂ ਦੋਨਾਂ ਦੀਆਂ ਅੱਖਾਂ ਵਿੱਚ ਮੁਸਕਾਨ ਦੇਖ ਰਹੀ ਸੀ। ਉਹ ਜਾਣ-ਬੁੱਝ ਕੇ ਸਭ ਕਰ ਰਹੇ ਸੀ ਤਾਂ ਕਿ ਉਹ ਚਾਰੂ ਦੇ ਪਾਪਾ ਤੋਂ ਸਭ ਕੁਝ ਕਰਵਾ ਸਕਣ। ਇਹ ਗੱਲ ਸੱਚ ਨਿਕਲੀ। ਚਾਰੂ ਦੇ ਪਾਪਾ ਦੇ ਜਾਂਦੇ ਹੀ ਮੈਂ ਛੋਟੇ ਭਰਾ ਦੇ ਮੂੰਹੋਂ ਨਿਕਲਦਾ ਸੁਣਿਆ ਕਿ ਕੀ ਆਈਡੀਆ ਦਿੱਤਾ ਸੀ। ਗੱਲ ਬਣ ਗਈ। ਹੁਣ ਤਾਂ ਪਿਤਾ ਜੀ ਦਾ ਸਾਰਾ ਖਰਚਾ ਸੰਦੀਪ ਦਾ ਸਹੁਰਾ ਹੀ ਸੰਭਾਲ ਲਵੇਗਾ। ਮੈਂ ਉਹਨਾਂ ਦੋਨਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ, ਕਿਉਂਕਿ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਦੋਨੇ ਵੱਡੇ ਭਰਾ ਸਿਰਫ ਆਪਣੇ ਪੈਸੇ ਨੂੰ ਬਚਾਉਣ ਦੇ ਲਈ ਇੰਨੇ ਡਿੱਗ ਜਾਣਗੇ ਤੇ ਉਹ ਵੀ ਇਸ ਘੜੀ ਵਿੱਚ। ਅੱਜ ਮੈਨੂੰ ਆਪਣੇ ਜੀਵਨ ਵਿੱਚ ਦੂਜਾ ਸਭ ਤੋਂ ਵੱਡਾ ਝਟਕਾ ਲੱਗਿਆ ਸੀ। ਘਰ ਵਿੱਚ ਬਜ਼ੁਰਗ ਹੀ ਇੱਕ ਪਰਿਵਾਰ ਦੀ ਬੁਨਿਆਦ ਹੁੰਦੀ ਆ ਤੇ ਜੋ ਅੱਜ ਮੇਰੇ ਪਰਿਵਾਰ ਦੀ ਇਹ ਬੁਨਿਆਦ ਡਿੱਗ ਚੁੱਕੀ ਸੀ ਅਤੇ ਉਸ ਦੇ ਸਾਹਮਣੇ ਹੀ ਸਾਰੇ ਪਰਿਵਾਰ ਦੀ ਅਸਲੀਅਤ ਸਾਹਮਣੇ ਆ ਰਹੀ ਸੀ। ਮੇਰੇ ਪਰਿਵਾਰ ਦੇ ਸਾਰੇ ਰਿਸ਼ਤੇ ਬਦਲ ਰਹੇ ਸੀ। ਮੰਨੋ ਉਹ ਇਸ ਫਰਾਕ ਵਿੱਚ ਸੀ ਕਿ ਕਦੋਂ ਉਹ ਇਸ ਘਰ ਵਿੱਚੋਂ ਨਿਕਲ ਜਾਣ। ਉਦੋਂ ਹੀ ਮੈਂ ਦੇਖਿਆ ਕਿ ਚਾਰੂ ਮੂੰਹ ਲਟਕਾ ਕੇ ਦਰਵਾਜ਼ੇ ਦੇ ਕੋਲ ਖੜੀ ਸੀ। ਮੈਂ ਚਾਰੂ ਕੋਲ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਤੈਨੂੰ ਮਾਂ ਦੇ ਕੋਲ ਹੋਣਾ ਚਾਹੀਦਾ ਸੀ। ਤਾਂ ਚਾਰੂ ਨੇ ਕਿਹਾ ਕਿ ਮੈਂ ਮਾਂ ਨੂੰ ਨਨਾਣ ਦੇ ਕੋਲ ਛੱਡ ਆਈ ਹਾਂ, ਕਿਉਂਕਿ ਪਾਪਾ ਦੀ ਦੇਹ ਕੋਲ ਤਾਂ ਬੈਠੀਆਂ ਭਾਬੀਆਂ ਫਾਲਤੂ ਦੀਆਂ ਗੱਲਾਂ ਕਰ ਰਹੀਆਂ ਸੀ। ਮੈਂ ਉਸ ਨੂੰ ਪੁੱਛਿਆ ਕਿ ਉਹ ਦੋਨੋਂ ਕੀ ਕਹਿ ਰਹੀਆਂ ਸੀ ਤਾਂ ਚਾਰੂ ਦੇ ਭਰਾ ਭਰੇ ਹੋਏ ਗਲੇ ਨਾਲ ਕਿਹਾ ਕਿ ਉਹ ਦੋਨੋਂ ਬੋਲ ਰਹੀਆਂ ਸੀ ਕਿ ਪਾਪਾ ਦੀ ਕੰਜੂਸੀ ਦੀ ਵਜ੍ਹਾ ਨਾਲ ਹੀ ਉਹ ਅੱਜ ਇਸ ਹਾਲਤ ਵਿੱਚ ਪਹੁੰਚੇ ਹਨ। ਜੇ ਉਹ ਆਪਣੀ ਚੰਗੀ ਦੇਖਭਾਲ ਦੇ ਲਈ ਚੰਗੇ ਡਾਕਟਰ ਕੋਲ ਮਹਿੰਗਾ ਇਲਾਜ ਕਰਵਾ ਲੈਂਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ। ਖੁਦ ਤਾਂ ਆਪਣੀ ਲਾਪਰਵਾਹੀ ਦੇ ਚੱਲਦੇ ਚਲੇ ਗਏ ਤੇ ਆਪਣੇ ਨੌਜਵਾਨ ਬੇਟਿਆਂ ਦੇ ਸਿਰ ਤੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਪਾ ਗਏ। ਮੈਂ ਚਾਰੂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਜਿਸ ਬਾਪ ਨੇ ਆਪਣੀ ਸੁਵਿਧਾਵਾਂ ਨੂੰ ਤਿਆਗ ਕੇ ਸਿਰਫ ਆਪਣੇ ਪਰਿਵਾਰ ਦੀਆਂ ਸੁਵਿਧਾਵਾਂ ਦਾ ਖਿਆਲ ਰੱਖਿਆ ਸੀ। ਮੇਰੇ ਭਰਾ ਸੀ ਜੋ ਬਾਪ ਦੇ ਮਰਨ ਦੇ ਬਾਅਦ ਹੀ ਇਹ ਸਭ ਕੁਝ ਕਰਨ ਲੱਗ ਗਏ ਸੀ। ਮੇਰੇ ਸਹੁਰੇ ਨੇ ਸਾਰਾ ਖਰਚ ਸੰਸਕਾਰ ਦਾ ਕੀਤਾ। ਇਸ ਤੋਂ ਬਾਅਦ ਥੋੜੇ ਦਿਨ ਹੀ ਲੰਘੇ ਸੀ ਤੇ ਮੇਰੇ ਭਰਾਵਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਅੱਡ ਹੋਣਾ, ਕਿਉਂਕਿ ਉਹਨਾਂ ਨੂੰ ਸੀ ਕਿ ਅਸੀਂ ਚੰਗਾ ਕਮਾਉਣੇ ਆ ਤੇ ਸੰਦੀਪ ਕੁਝ ਕਮਾਉਂਦਾ ਨਹੀਂ। ਜਦੋਂ ਮੇਰੇ ਸਹੁਰੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਕਿਹਾ ਤੁਸੀਂ ਅੱਡ ਨਾ ਹੋਵੋ, ਕਿਉਂਕਿ ਤੁਹਾਡੇ ਇਕੱਠੇ ਪਰਿਵਾਰ ਕਰਕੇ ਹੀ ਤਾਂ ਮੈਂ ਆਪਣੀ ਕੁੜੀ ਦਾ ਰਿਸ਼ਤਾ ਤੁਹਾਡੇ ਘਰ ਕੀਤਾ।
ਜੋ ਚੀਜ਼ਾਂ ਦੀ ਜ਼ਰੂਰਤ ਆ ਮੈਨੂੰ ਦੱਸੋ, ਮੈਂ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰਾਂਗਾ। ਮੇਰੇ ਭਰਾ ਫਿਰ ਬਹੁਤ ਖੁਸ਼ ਹੋ ਗਏ ਕਿਉਂਕਿ ਮੁਫਤ ਦੀਆਂ ਰੋਟੀਆਂ ਮਿਲਣੀਆਂ ਸੀ। ਪਰ ਮੈਨੂੰ ਇਹ ਸਭ ਚੀਜ਼ਾਂ ਦੇਖ ਕੇ ਬੜਾ ਦੁੱਖ ਲੱਗਦਾ। ਇੱਕ ਦਿਨ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਪਰਿਵਾਰ ਨਾ ਤਾਂ ਪੈਸੇ ਨਾਲ ਚੱਲਦਾ ਹੈ ਤੇ ਨਾ ਹੀ ਚੰਗੇ ਤੇ ਮਹਿੰਗੇ ਸੁੱਖ ਸੁਵਿਧਾਵਾਂ ਨਾਲ, ਬਲਕਿ ਪਰਿਵਾਰ ਚੱਲਦਾ ਹੈ ਤਾਂ ਪਰਿਵਾਰ ਵਿੱਚ ਰਹਿ ਰਹੇ ਲੋਕਾਂ ਦਾ ਇੱਕ ਦੂਜੇ ਦੇ ਪ੍ਰਤੀ ਵਿਸ਼ਵਾਸ ਅਤੇ ਪਿਆਰ ਨਾਲ। ਪਿਆਰ ਅਤੇ ਵਿਸ਼ਵਾਸ ਜਦੋਂ ਪਰਿਵਾਰ ਵਿੱਚ ਰਹਿੰਦਾ ਹੈ ਤਾਂ ਇਹ ਟੁੱਟ ਰਹਿੰਦਾ ਹੈ। ਜਿਸ ਦਿਨ ਇਹ ਦੋਨਾਂ ਵਿੱਚੋਂ ਕੋਈ ਇੱਕ ਚਲਾ ਗਿਆ ਤਾਂ ਉਸੇ ਵਕਤ ਪਰਿਵਾਰ ਵਿੱਚ ਦਰਾੜ ਪੈਣੀ ਸ਼ੁਰੂ ਹੋ ਜਾਂਦੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਘਰੇ ਪੈਸੇ ਦੇਣੇ ਬੰਦ ਕਰ ਦਿਓ, ਕਿਉਂਕਿ ਜੇ ਸਾਡੇ ਪਰਿਵਾਰ ਵਿੱਚ ਇਹ ਪਰਿਵਾਰ 'ਤੇ ਵਿਸ਼ਵਾਸ ਹੋਇਆ ਤਾਂ ਇਹ ਜ਼ਰੂਰ ਇਕੱਠੇ ਰਹਿਣਗੇ, ਜੇ ਨਾ ਹੋਇਆ ਤਾਂ ਇਹ ਟੁੱਟਣਾ ਹੀ ਚੰਗਾ। ਉਹੀ ਹੋਇਆ। ਮੇਰੇ ਸਹੁਰੇ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤੇ ਅਸੀਂ ਭਰਾ ਥੋੜ੍ਹੇ ਦਿਨਾਂ ਬਾਅਦ ਹੀ ਇਕੱਲੇ ਹੋ ਗਏ। ਮੇਰੇ ਭਰਾਵਾਂ ਨੇ ਤਾਂ ਮੇਰੀ ਮਾਂ ਨੂੰ ਵੀ ਨਾਲ ਰੱਖਣ ਤੋਂ ਮਨ੍ਹਾ ਕਰ ਦਿੱਤਾ। ਹੁਣ ਅਸੀਂ ਅਲੱਗ-ਅਲੱਗ ਰਹਿੰਦੇ ਹਾਂ, ਪਰ ਦੁੱਖ ਜ਼ਰੂਰ ਹੁੰਦਾ ਹੈ। ਜਦੋਂ ਇਕੱਠੇ ਸੀ ਤਾਂ ਗੱਲ ਹੋਰ ਹੁੰਦੀ ਸੀ। ਇਹ ਸਾਰਾ ਸਭ ਦੇਖ ਕੇ ਮੈਨੂੰ ਇੱਕ ਹੀ ਚੀਜ਼ ਸਮਝ ਵਿੱਚ ਆਈ ਕਿ ਜੋ ਸਾਰਾ ਪਰਿਵਾਰ ਮਿਲ ਕੇ ਇਕੱਠਾ ਰਹਿੰਦਾ ਉਹ ਸਿਰਫ ਨਾਮ ਦਾ ਹੀ ਇਕੱਠਾ ਹੁੰਦਾ ਹੈ, ਤੇ ਜੋ ਲੋਕ ਇਕੱਲੇ ਰਹਿੰਦੇ ਹਨ ਉਹ ਸੋਚਦੇ ਹਨ ਕਿ ਇਕੱਠੇ ਪਰਿਵਾਰ ਵਿੱਚ ਰਹਿਣਾ ਕਿੰਨਾ ਚੰਗਾ। ਪਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸਭ ਲੋਕ ਇਕੱਲੇ ਰਹਿਣਾ ਹੀ ਪਸੰਦ ਕਰਦੇ ਹਨ। ਜੋ ਕੋਈ ਇਕੱਠਾ ਪਰਿਵਾਰ ਰਹਿੰਦਾ ਵੀ ਹੈ ਤਾਂ ਉਹ ਸਿਰਫ ਆਪਣੇ ਬਜ਼ੁਰਗਾਂ ਦੇ ਕਾਰਨ ਹੀ ਰਹਿੰਦਾ ਹੈ। ਜਦੋਂ ਪੁਰਾਣੇ ਬਜ਼ੁਰਗਾਂ ਦਾ ਪਰਿਵਾਰ ਤੋਂ ਸਾਇਆ ਚੁੱਕਿਆ ਜਾਂਦਾ ਹੈ ਤਾਂ ਸਭ ਲੋਕ ਇਕੱਲੇ ਹੋ ਜਾਂਦੇ ਹਨ। ਇੱਕ ਮੇਰੀ ਪਤਨੀ ਚਾਰੂ ਸੀ ਜੋ ਸੋਚਦੀ ਸੀ ਕਿ ਸਾਡੇ ਪਰਿਵਾਰ ਵਿੱਚ ਕਿੰਨੀ ਖੁਸ਼ੀ ਹੋਵੇਗੀ ਕਿਉਂਕਿ ਅਸੀਂ ਇਕੱਠੇ ਰਹਿੰਦੇ ਸੀ। ਪਰ ਉਹ ਤਾਂ ਮੇਰੇ ਪਿਤਾ ਜੀ ਦੇ ਮਰਨ ਤੋਂ ਬਾਅਦ ਹੀ ਪਤਾ ਚੱਲਿਆ ਕਿ ਇਹਨਾਂ ਦੇ ਅੰਦਰ ਕੀ ਚੱਲ ਰਿਹਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।